ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, still now we read two physical features of India, the Himalayas and second the Northern Plains. Today we read the third physical feature of India, the Peninsular Plateaus, means ਪ੍ਰਾਇਦੀਪੀ ਪਠਾਰ। ਪਲੇਟੂਸ ਵਰਡ ਆਪਾਂ ਪਹਿਲਾਂ ਐਕਸਪਲੇਨ ਕਰ ਚੁੱਕੇ ਹਾਂ ਕਿ ਧਰਤੀ ਦਾ ਇੱਕ ਅਜਿਹਾ ਭਾਗ ਜੋ ਕਿ ਮਾਊਂਟੇਨ ਵਾਂਗ ਉੱਪਰ ਉੱਠਿਆ ਹੁੰਦਾ, ਉੱਭਰਿਆ ਹੁੰਦਾ ਹੈ, ਪਰ ਮਾਊਂਟੇਨ ਵਾਂਗ ਇਸ ਦੀ ਜਿਹੜੀ ਪੀਕ ਹੈ ਉਹ ਬਿਲਕੁਲ ਤਿਰਛੀ ਨੀਡਲ ਵਾਂਗ ਤਿੱਖੀ ਨਹੀਂ ਹੁੰਦੀ, ਸਗੋਂ ਇੱਕ ਟੇਬਲ ਵਾਂਗ ਪਲੇਟੋ ਹੀ ਹੁੰਦੀ ਹੈ। ਸੋ ਵੀ ਰੀਡ ਲਾਈਨ ਬਾਈ ਲਾਈਨ। ਫਸਟ ਲਾਈਨ ਦੇ ਵਿੱਚ ਕਿਹਾ ਗਿਆ ਹੈ ਕਿ ਪੈਨਿਸੂਲਰ ਪਲੇਟੂ ਟੇਬਲ ਐਂਡ ਪੁਰਾਣੀਆਂ ਕ੍ਰਿਸਟਲਾਈਨ ਇਗਨਸ ਅਤੇ ਮੈਟਾਮੋਰਫਿਕ ਰੌਕਸ ਦੇ ਰੂਪ ਤੋਂ ਤਿਆਰ ਹੋਇਆ ਬਣਿਆ ਹੈ। It was formed due to the breaking and the drifting of the Gondwana land and thus making it a part of the oldest landmass। ਅਤੇ ਇਸ ਦਾ ਨਿਰਮਾਣ ਗੋਂਡਵਾਨਾ ਲੈਂਡ ਦੀਆਂ ਪਲੇਟਸ ਟੁੱਟਣ ਅਤੇ ਅੱਗੇ ਵਹਿਣ ਦਾ ਕਰਕੇ ਹੋਇਆ ਹੈ। ਇਸੇ ਕਰਕੇ ਇਸ ਨੂੰ ਧਰਤੀ ਦੀ ਸਭ ਤੋਂ ਪੁਰਾਣੀ ਸ਼ੇਪ ਆਖਿਆ ਜਾਂਦਾ ਹੈ। The plateaus has broad and the shallow valley and rounded hills। ਅਤੇ ਇਸ ਪਠਾਰ ਦੇ ਵਿੱਚ ਚੌੜੀਆਂ ਅਤੇ ਖਾਲੀ ਪਹਾੜੀਆਂ ਅਤੇ ਵਾਦੀਆਂ ਮੌਜੂਦ ਨੇ। ਦਿਸ ਪਲੇਟੂ ਕੰਸਿਸਟ ਆਫ ਦਾ ਟੂ ਬਰੋਡ ਡਿਵੀਜ਼ਨਸ। ਇਸ ਪਲੇਟੂ ਨੂੰ ਅਸੀਂ ਦੋ ਭਾਗਾਂ ਵਿੱਚ ਡਿਵਾਈਡ ਕਰ ਸਕਦੇ ਹਾਂ, ਨੇਮਲੀ ਦਾ ਸੈਂਟਰਲ ਹਾਈਲੈਂਡਸ ਐਂਡ ਦਾ ਦਕਸ਼ਿਣ ਪਲੇਟੂ। Two types of plateaus, central highland and second the Dakshin plateau। The part of the peninsular plateau lying to the north of the Narmada river covering major area of the Malwa plateau is known as the central part, central highlands। ਜੋ ਪੈਨਿਸੂਲਰ ਪਲੇਟੂ ਦਾ ਹਿੱਸਾ ਨਰਮਦਾ ਨਦੀ ਦੇ ਉੱਤਰ ਵੱਲ ਵਹਿੰਦਾ ਹੈ, ਉੱਤਰ ਵੱਲ ਪੈਂਦਾ ਹੈ, ਉਸ ਨੂੰ ਅਸੀਂ ਸੈਂਟਰਲ ਪਲੇਟੂ ਦਾ ਨਾਮ ਦਿੱਤਾ ਜਾਂਦਾ ਹੈ, ਜਿਸ ਨੇ ਕਿ ਮਾਲਵਾ ਦਾ ਇੱਕ ਵੱਡਾ ਇਲਾਕਾ ਘੇਰਾ ਹੋਇਆ ਹੈ। ਇੱਥੇ ਮਾਲਵਾ ਤੋਂ ਭਾਵ ਸਾਡੇ ਪੰਜਾਬ ਦਾ ਜੋ ਮਾਝਾ ਮਾਲਵਾ ਦਾ ਵਾ ਉਸ ਇਲਾਕੇ ਤੋਂ ਨਹੀਂ ਹੈ, ਠੀਕ ਹੈ। ਇਹ ਮਾਲਵਾ ਪੂਰੇ ਇੰਡੀਆ ਦੇ ਇੱਕ ਇਲਾਕੇ ਨੂੰ ਬੋਲਿਆ ਜਾਂਦਾ ਹੈ। ਦਾ ਵਿੰਧਿਆਨ ਰੇਂਜ ਇਜ਼ ਬਾਉਂਡਡ ਬਾਈ ਦਾ ਸਤਪੂਰਾ ਰੇਂਜ ਔਨ ਦਾ ਸਾਊਥ ਐਂਡ ਦਾ ਅਰਾਵਲੀ ਔਨ ਦਾ ਨਾਰਥ ਵੈਸਟ। ਇਸ ਦੇ ਸਾਊਥ ਵਿੱਚ ਸਤਪੂਰਾ ਪਹਾੜੀ ਲੜੀ ਮੌਜੂਦ ਹੈ, ਜਦ ਕਿ ਨਾਰਥ ਵੈਸਟ ਉੱਤਰ ਪੱਛਮ ਦੇ ਵਿੱਚ ਅਰਾਵਲੀ ਪਰਬਤ ਮੌਜੂਦ ਹੈ। ਦਾ ਫਰਦਰ ਵੈਸਟਵਰਡ ਐਕਸਟੈਂਸ਼ਨ ਗ੍ਰੈਜੂਅਲੀ ਮਰਜ ਵਿਦ ਦਾ ਸੈਂਡੀ ਐਂਡ ਦਾ ਰੌਕੀ ਡੈਜ਼ਰਟ ਆਫ ਰਾਜਸਥਾਨ। ਜਦੋਂ ਇਹ ਪਲੇਟੂ ਪੱਛਮ ਦੇ ਵਿੱਚ ਅੱਗੇ ਵੱਧਦਾ ਜਾਂਦਾ ਹੈ, ਹੌਲੀ ਹੌਲੀ ਰਾਜਸਥਾਨ ਦੇ ਰੇਤਲੇ ਪਹਾੜਾਂ ਦੇ ਵਿੱਚ ਜਾਂ ਰੇਤਲੇ ਟਿੱਬਿਆਂ ਦੇ ਵਿੱਚ ਜਾ ਕੇ ਇਹ ਮਰਜ ਹੋ ਜਾਂਦਾ, ਮਿਲ ਜਾਂਦਾ ਹੈ। ਦਾ ਫਲੋ ਆਫ ਦਾ ਰਿਵਰਸ ਡਰੇਨਸ ਦਿਸ region, namely the Chambal, the Sindh, the Betwa and the Ken is from the southwest to northeast, the indicating the slope। ਅਤੇ ਇਸ ਇਲਾਕੇ ਦੇ ਵਿੱਚ ਵਹਿਣ ਵਾਲੀਆਂ ਨਦੀਆਂ ਜਿਵੇਂ ਕਿ ਚੰਬਲ ਨਦੀ, ਸਿੰਧ ਨਦੀ, ਬੇਟਵਾ ਅਤੇ ਕਿਨ ਨਦੀ ਇਹ ਸਾਊਥ ਵੈਸਟ ਮਤਲਬ ਦੱਖਣ ਪੱਛਮ ਤੋਂ ਉੱਤਰ ਪੂਰਬ ਵੱਲ ਵਹਿੰਦੀਆਂ, ਜੋ ਕਿ ਦੱਸਦੀਆਂ ਹੈ ਕਿ ਇਸ ਦੀ ਢਲਾਨ ਉੱਤਰ ਪੂਰਬ ਵੱਲ ਜ਼ਿਆਦਾ ਹੈ, ਮਤਲਬ ਇਹ ਇਲਾਕਾ ਉੱਤਰ ਪੂਰਬ ਤੋਂ ਉੱਚਾ ਹੈ ਅਤੇ ਇਸ ਦਾ ਪਾਣੀ ਉੱਤਰ ਪੂਰਬ ਵੱਲ ਨੂੰ ਵਹਿੰਦਾ ਹੈ। ਦਾ ਸੈਂਟਰਲ ਹਾਈਲੈਂਡ ਆਰ ਵਾਈਡਰ ਇਨ ਦਾ ਵੈਸਟ। ਕਹਿੰਦੇ ਇਹ ਸੈਂਟਰਲ ਹਾਈਲੈਂਡ ਵੈਸਟ ਦੇ ਵਿੱਚ ਜਿਹੜਾ ਚੌੜੀ ਹੈ, ਬਟ ਨੈਰੋਰ ਇਨ ਦਾ ਈਸਟ, ਅਤੇ ਪੂਰਬ ਦੇ ਵਿੱਚ ਜਾ ਕੇ ਤੰਗ ਹੁੰਦੀ ਜਾਂਦੀ ਹੈ। ਦਾ ਈਸਟਵਰਡ ਐਕਸਟੈਂਸ਼ਨ ਆਫ ਦਿਸ ਪਲੇਟੂ ਆਰ ਲੋਕਲੀ ਨੋਨ ਐਜ਼ ਦਾ ਬੁੰਦੇਲਖੰਡ ਐਂਡ ਦਾ ਬਘੇਲਖੰਡ। ਇਸ ਲੜੀ ਨੂੰ ਪੂਰਬ ਦੇ ਵਿੱਚ ਬੁੰਦੇਲਖੰਡ ਜਾਂ ਬਘੇਲਖੰਡ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਦਾ ਛੋਟਾ ਨਾਗਪੁਰ ਪਲੇਟੂ ਮਾਰਕਸ ਦਾ ਫਰਦਰ ਈਸਟਵਰਡ ਐਕਸਟੈਂਸ਼ਨ ਡਰੇਨਡ ਬਾਏ ਦਾ ਦਮੋਦਰ ਰਿਵਰ। ਛੋਟਾ ਨਾਗਪੁਰ ਪਲੇਟੂ ਜਦੋਂ ਈਸਟਵਰਡ ਪੂਰਬ ਵਿੱਚ ਅੱਗੇ ਵੱਧਦਾ ਹੈ ਅਤੇ ਫਿਰ ਇਸ ਦੇ ਵਿੱਚੋਂ ਦਮੋਦਰ ਰਿਵਰ ਡਰੇਨਡ ਨਿਕਾਸ ਕਰਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦੇ ਦਾ ਦਕਸ਼ਿਣ ਪਲੇਟੂ ਇਜ਼ ਏ ਟ੍ਰਾਈਐਂਗੂਲਰ ਲੈਂਡਮਾਸ। ਫਸਟ ਵੀ ਰੀਡ ਸੈਂਟਰਲ ਹਾਈਲੈਂਡ ਐਂਡ ਨਾਓ ਦਾ ਦਕਸ਼ਿਣ ਪਲੇਟੂ। ਦਾ ਦਕਸ਼ਿਣ ਪਲੇਟੂ ਇਜ਼ ਏ ਟ੍ਰਾਈਐਂਗੂਲਰ ਲੈਂਡਮਾਸ, ਮਤਲਬ ਇਸ ਦੀ ਸ਼ੇਪ ਇੱਕ ਟ੍ਰਾਈਐਂਗਲ ਵਾਂਗ ਹੈ। ਡੈਟ ਲਾਈਸ ਟੂ ਦਾ ਸਾਊਥ ਆਫ ਦਾ ਰਿਵਰ ਨਰਮਦਾ। ਅਤੇ ਇਹ ਪਲੇਟੂ ਨਰਮਦਾ ਨਦੀ ਦੇ ਦੱਖਣ ਵੱਲ ਸਥਿਤ ਹੈ। ਦਾ ਸਤਪੂਰਾ ਰੇਂਜ ਫਲੈਂਕਸ ਇਟਸ ਬਰੋਡ ਬੇਸ ਇਨ ਦਾ north while the Mahadev, the Kaimur hills and the Michael range form its eastern extension। ਸਤਪੂਰਾ ਪਹਾੜੀ ਰੇਂਜ ਨਾਰਥ ਵਿੱਚ ਇਸ ਦੇ ਬੇਸ ਨੂੰ ਚੌੜਾ ਕਰਦੀ ਹੈ, ਮਤਲਬ ਇਹਦੇ ਨਾਰਥ ਵਾਲੇ ਬੇਸ ਦੇ ਨਾਲ ਆ ਕੇ ਮਿਲਦੀ ਹੈ। ਵਾਈਲ ਦਾ ਮਹਾਦੇਵ, ਦਾ ਕੈਮੂਰ ਹਿਲਸ ਐਂਡ ਦਾ ਮਾਈਕਲ ਰੇਂਜ ਫਰੋਮ ਇਟਸ ਈਸਟਰਨ ਐਕਸਟੈਂਸ਼ਨ। ਅਤੇ ਇਸ ਦੇ ਈਸਟ ਦੇ ਵਿੱਚ ਇਹ ਤਿੰਨੋਂ ਪਹਾੜੀ ਲੜੀਆਂ ਮਹਾਦੇਵ, ਦਾ ਕੈਮੂਰ ਹਿਲਸ ਐਂਡ ਦਾ ਮਾਈਕਲ ਰੇਂਜ ਆ ਕੇ ਮਿਲਦੀਆਂ ਨੇ, ਮਤਲਬ ਇਹਦੀ ਬਾਉਂਡਰੀ ਬਣਾਉਂਦੀਆਂ ਨੇ। ਲੋਕੇਟ ਦੀਜ਼ ਹਿਲਸ ਐਂਡ ਰੇਂਜਸ ਇਨ ਫਿਜ਼ੀਕਲ ਮੈਪ ਆਫ ਇੰਡੀਆ। ਕਹਿੰਦੇ ਇਹਨਾਂ ਤਿੰਨਾਂ ਪਹਾੜੀ ਲੜੀਆਂ ਨੂੰ ਆਪਣੇ ਇੰਡੀਆ ਦੇ ਫਿਜ਼ੀਕਲ ਮੈਪ ਦੇ ਵਿੱਚ ਲੋਕੇਟ ਕਰੋ।
The Dakshin Plateau is higher in the west and slopes gently eastwards. ਕਹਿੰਦੇ ਦੈਕਸ਼ਨ ਪਲੇਟੂ ਵੈਸਟ ਦੇ ਵਿੱਚ ਜਿਹੜਾ ਉੱਚਾ ਹੈ ਅਤੇ ਹੌਲੀ ਹੌਲੀ ਸਲੋਪਸ ਇਹਦੀਆਂ ਜੈਂਟਲੀ ਈਸਟਵਰਡਸ ਮਤਲਬ ਪੂਰਬ ਵੱਲ ਨੂੰ ਝੁਕਦੀਆਂ ਜਾਂਦੀਆਂ ਹਨ। ਦਾ ਐਨ ਐਕਸਟੈਂਸ਼ਨ ਆਫ ਦਿਸ ਪਲੇਟੂ of the plateau is also visible in the northeast, locally known as the Meghalaya Karbi Anglong Plateau and the North Cheshire Hills। ਇਹ ਪਲੇਟੂ ਕਹਿੰਦੇ ਉੱਤਰ ਪੂਰਬ ਤੱਕ ਫੈਲਿਆ ਹੋਇਆ ਵਧਿਆ ਹੋਇਆ ਹੈ, ਜਿਸ ਨੂੰ ਉੱਥੇ ਮੇਘਾਲਿਆ ਕਰਬੀ ਅੰਗਲੋਂਗ ਪਲੇਟੂ ਜਾਂ ਨਾਰਥ ਉੱਤਰ ਸ਼ਸ਼ਰ ਪਹਾੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਟ ਇਜ਼ ਸੈਪਰੇਟਡ ਬਾਏ ਫਾਲਟ ਫਰੋਮ ਦਾ ਛੋਟਾ ਨਾਗਪੁਰ ਪਲੇਟੂ ਅਤੇ ਚਟਾਨਾਂ ਦੇ ਵਿੱਚ ਪਏ ਇੱਕ ਨੁਕਸ ਦਾ ਕਰਕੇ ਇਹ ਜਾਂ ਇੱਕ ਫਾਲਟ ਪੈਣ ਦਾ ਕਰਕੇ ਛੋਟਾ ਨਾਗਪੁਰ ਪਲੇਟੂ ਤੋਂ ਅਲੱਗ ਹੋ ਗਿਆ। 3 prominent hill range from the west to the east are the ਗੈਰੋ ਦਾ ਖਾਸੀ ਐਂਡ ਦਾ ਜੈਂਤੀਆ ਹਿਲਸ। ਅਤੇ ਇਸ ਦੇ ਵਿੱਚ 3 ਪ੍ਰਸਿੱਧ ਪਹਾੜੀ ਲੜੀਆਂ ਮੌਜੂਦ ਨੇ ਵੈਸਟ ਟੂ ਈਸਟ ਜਾਂਦੀਆਂ, ਜੋ ਗੈਰੋ ਹਿਲਸ, ਖਾਸੀ ਹਿਲਸ, ਜੈਂਤਾ ਹਿਲਸ। ਨੈਕਸਟ ਆ ਜਾਂਦਾ ਸਾਡੇ ਕੋਲ ਦਾ ਵੈਸਟਰਨ ਘਾਟਸ ਐਂਡ ਦਾ ਈਸਟਰਨ ਘਾਟਸ ਮਾਰਕ ਦਾ ਵੈਸਟਰਨ ਐਂਡ ਦਾ ਈਸਟਰਨ ਐਜਿਸ ਆਫ ਦਾ ਦਕਸ਼ਿਣ ਪਲੇਟੂਸ ਰਿਸਪੈਕਟਿਵਲੀ। ਕਹਿੰਦੀ ਸਾਡੇ ਕੋਲ ਜਦੋਂ ਵੈਸਟਰਨ ਘਾਟਸ ਅਤੇ ਈਸਟਰਨ ਘਾਟਸ ਦੀ ਅਸੀਂ ਗੱਲ ਕਰਦੇ, ਇਹਦਾ ਮਤਲਬ ਕਿ ਜੋ ਸਾਡੇ ਕੋਲ ਦਕਸ਼ਿਣ ਪਲੇਟੂ ਆ ਇਸ ਦੀ ਵੈਸਟ ਵਾਲੀ ਸਾਈਡ ਵੈਸਟ ਦਾ ਕਿਨਾਰਾ ਅਤੇ ਈਸਟਰਨ ਘਾਟਸ ਈਸਟ ਦਾ ਕਿਨਾਰਾ। ਆਪਾਂ ਇੱਥੇ ਮੈਪ 'ਤੇ ਦੇਖਦੇ ਹਾਂ, ਜੋ ਸਾਡੇ ਕੋਲ ਪਲੇਟੂਸ ਦਾ ਜਿਹੜਾ ਵੈਸਟ ਵਾਲੀ ਸਾਈਡ 'ਤੇ ਪਾਰਟ ਹੈ ਉਸ ਨੂੰ ਅਸੀਂ ਵੈਸਟਰਨ ਘਾਟ ਬੋਲਦੇ ਹਾਂ, ਔਰ ਜੋ ਸਾਡੇ ਕੋਲ ਈਸਟ ਵਾਲੀ ਸਾਈਡ 'ਤੇ ਉਸ ਨੂੰ ਅਸੀਂ ਈਸਟਰਨ ਘਾਟ ਦੇ ਨਾਮ ਨਾਲ ਬੁਲਾਉਂਦੇ ਹਾਂ। ਨੈਕਸਟ ਇਹਦੇ ਵਿੱਚ ਆ ਜਾਂਦਾ ਹੈ ਦੇ ਆਰ ਕੰਟੀਨਿਊਸ ਐਂਡ ਕੈਨ ਬੀ ਕ੍ਰੋਸਡ ਥਰੂ ਪਾਸਿਸ ਓਨਲੀ। ਕਹਿੰਦੇ ਇਹ ਜਿਹੜਾ ਈਸਟਰਨ ਔਰ ਵੈਸਟਰਨ ਘਾਟ ਹੈ ਲਗਾਤਾਰ ਚੱਲਦੀ ਰਹਿੰਦੀ ਹੈ, ਸਿਰਫ ਇਹਦੇ ਵਿੱਚ ਜੋ ਰਸਤੇ ਮੌਜੂਦ ਨੇ ਉਹਨਾਂ ਰਾਹੀਂ ਇਹਨੂੰ ਕ੍ਰੋਸ ਕੀਤਾ ਜਾ ਸਕਦਾ ਹੈ। ਨੈਕਸਟ ਸਾਡੇ ਕੋਲ ਆ ਲੋਕੇਟ ਦਾ ਥਾਲ ਬੋਰ ਐਂਡ ਦਾ ਪਾਲ ਘਾਟਸ ਇਨ ਦਾ ਫਿਜ਼ੀਕਲ ਮੈਪ ਆਫ ਇੰਡੀਆ। ਇਹ ਸਾਡੇ ਕੋਲ ਕਹਿੰਦੀ ਹੈ ਜੋ ਵੀ ਥਾਲ ਬੋਰ ਐਂਡ ਦਾ ਪਾਲ ਘਾਟਸ ਮਤਲਬ ਇਸ ਦੇ ਵਿੱਚ ਰਸਤੇ ਮੌਜੂਦ ਨੇ, ਘਾਟ ਮੌਜੂਦ ਹੈ, ਉਸ ਨੂੰ ਫਿਜ਼ੀਕਲ ਮੈਪ ਦੇ ਉੱਪਰ ਲੋਕੇਟ ਕਰੋ। ਨੈਕਸਟ ਸਾਡੇ ਕੋਲ ਆ ਜਾਂਦਾ ਦਾ ਵੈਸਟਰਨ ਘਾਟ ਆਰ ਹਾਈਅਰ ਦੈਨ ਦਾ ਈਸਟਰਨ ਘਾਟਸ। ਮਤਲਬ ਵੈਸਟਰਨ ਘਾਟ ਹੈ ਜੋ ਇਹ ਈਸਟਰਨ ਘਾਟ ਤੋਂ ਜ਼ਿਆਦਾ ਉੱਚੀ ਹੈ। ਦੇਅਰ ਐਵਰੇਜ ਐਲੀਵੇਸ਼ਨ ਇਜ਼ 900 to 1600 ਮੀਟਰ ਐਜ਼ ਅਗੇਂਸਟ 600 ਮੀਟਰ ਆਫ ਦਾ ਈਸਟਰਨ ਘਾਟਸ। ਕਹਿੰਦਾ ਈਸਟਰਨ ਘਾਟ ਦੀ ਉਚਾਈ 600 ਮੀਟਰ ਦੀ ਬਜਾਏ ਵੈਸਟਰਨ ਘਾਟ ਦੀ ਉਚਾਈ 900 ਤੋਂ ਲੈ ਕੇ 1600 ਮੀਟਰ ਤੱਕ ਹੈ। ਦਾ ਈਸਟਰਨ ਘਾਟ ਸਟ੍ਰੈਚ ਫਰੋਮ ਦਾ ਮਹਾਨਦੀ ਵੈਲੀ ਟੂ ਦਾ ਨਿਗਰਿਸ ਇਨ ਦਾ ਸਾਊਥ। ਈਸਟਰਨ ਘਾਟ ਦਾ ਉਹਨਾਂ ਨੇ ਦੱਸਿਆ ਕਿ ਇਹ ਮਹਾਨਦੀ ਤੋਂ ਲੈ ਕੇ ਸਾਊਥ ਦੇ ਵਿੱਚ ਨਿਗਰਿਸ ਨਦੀ ਤੱਕ ਫੈਲੀ ਹੋਈ ਹੈ। ਨੈਕਸਟ ਇਹਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ ਦਾ ਈਸਟਰਨ ਘਾਟ ਆਰ ਡਿਸਕੰਟੀਨਿਊ ਐਂਡ ਦਾ ਇਰੈਗੂਲਰ ਐਂਡ ਦਾ ਡਿਸੈਕਟਡ ਬਾਈ ਦਾ ਰਿਵਰਸ ਡਰੇਨਸ ਇਨਟੂ ਦਾ ਬੇ ਆਫ ਬੰਗਾਲ। ਦਾ ਵੈਸਟਰਨ ਘਾਟਸ ਕਾਜ਼ ਦਾ orographic rain by facing the rain bearing most winds to rise along the western slopes of the Ghat. The western Ghats are known by the different local names। ਇਹਦੇ ਵਿੱਚ ਦੇਖੋ ਕਹਿੰਦੇ ਜੋ ਸਾਡੇ ਕੋਲ ਈਸਟਰਨ ਘਾਟਸ ਆ ਉਹ ਡਿਸਕੰਟੀਨਿਊ ਆ। ਦੇਖੋ ਆਹ ਲਾਈਨ ਜਿਹੜੀ ਇੱਥੇ ਜਾ ਕੇ ਟੁੱਟ ਜਾਂਦੀ ਹੈ, ਫਿਰ ਇੱਥੇ ਟੁੱਟ ਜਾਂਦੀ ਹੈ, ਫਿਰ ਇੱਥੋਂ ਸ਼ੁਰੂ ਹੁੰਦੀ ਹੈ, ਨੀਚੇ ਜਾ ਕੇ ਫਿਰ ਇਹ ਟੁੱਟ ਜਾਂਦੀ ਹੈ। ਇਸ ਕਰਕੇ ਕਹਿੰਦੇ ਜੋ ਈਸਟਰਨ ਘਾਟ ਹੈ ਉਹ ਜਿਹੜੀ ਆ ਟੁੱਟੀ ਹੋਈ ਆ, ਕਿਉਂਕਿ ਇਸ ਦੇ ਵਿੱਚੋਂ ਬਹੁਤ ਸਾਰੀਆਂ ਨਦੀਆਂ ਜਿਹੜੀਆਂ ਵਾ ਲੰਘ ਕੇ ਅੱਗੇ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਮਰਜ ਹੋ ਜਾਂਦੀਆਂ ਹੈ। ਜਦ ਕਿ ਦੂਸਰੀ ਸਾਈਡ ਤੋਂ ਉਹਨਾਂ ਆਖਿਆ ਕਿ ਵੈਸਟਰਨ ਘਾਟ ਹੈ ਜਿਹੜੇ ਇਹ ਤਕਰੀਬਨ ਜਿਹੜੀ ਕੰਟੀਨਿਊ ਆ, ਅਤੇ ਵੈਸਟਰਨ ਘਾਟ ਜਦੋਂ ਨਮੀ ਨਾਲ ਮੋਇਸਟ ਦੇ ਨਾਲ ਭਰੀਆਂ ਹੋਈਆਂ ਹਵਾਵਾਂ ਦੇ ਸਾਹਮਣੇ ਟਾਕਰਾ ਕਰਦੀ ਹੈ ਅਤੇ ਫਿਰ ਇਸ ਇਲਾਕੇ ਦੇ ਵਿੱਚ orographic ਰੇਨ ਹੁੰਦੀ ਹੈ। ਦਾ ਵੈਸਟਰਨ ਘਾਟ ਆਰ ਨੋਨ ਬਾਏ ਦਾ ਡਿਫਰੈਂਟ ਲੋਕਲ ਨੇਮਸ। ਅਤੇ ਵੈਸਟਰਨ ਘਾਟ ਨੂੰ ਜਿਹੜੇ ਇਲਾਕੇ ਦੇ ਵਿੱਚ ਇਹ ਪਾਸ ਹੁੰਦੀ ਆ ਉਸ ਦੇ ਆਧਾਰ 'ਤੇ ਵੱਖ-ਵੱਖ ਨੇਮ ਦੇ ਨਾਲ ਹਰੇਕ ਇਲਾਕੇ ਵਿੱਚ ਜਾਣਿਆ ਜਾਂਦਾ ਹੈ। ਦਾ ਵੈਸਟਰਨ ਘਾਟਸ ਨੈਕਸਟ ਆ ਜਾਂਦਾ ਸਾਡੇ ਕੋਲ ਦਾ ਹਾਈਟ ਆਫ ਦਾ ਵੈਸਟਰਨ ਘਾਟਸ ਪ੍ਰੋਗਰੈਸਿਵਲੀ ਇਨਕਰੀਜ਼ ਫਰੋਮ ਦਾ ਨਾਰਥ ਟੂ ਸਾਊਥ। ਅਤੇ ਨਾਰਥ ਤੋਂ ਸਾਊਥ ਵੱਲ ਆਉਂਦਿਆਂ ਵੈਸਟਰਨ ਘਾਟ ਦੀ ਹਾਈਟ ਜਿਹੜੀ ਇਨਕਰੀਜ਼ ਹੁੰਦੀ ਜਾਂਦੀ ਹੈ। ਦਾ ਹਾਈਐਸਟ ਪੀਕ ਇਨਕਲੂਡ ਦਾ ਅਨਾਈਮੁਡੀ 2695 ਮੀਟਰ। ਅਤੇ ਇਸ ਦੇ ਵਿੱਚ ਸਭ ਤੋਂ ਉੱਚੇ ਜਿਹੜੀ ਪਠਾਰ ਦੀ ਚੋਟੀ ਹੈ ਉਹ 2695 ਮੀਟਰ ਉੱਚੀ ਐਂਡ ਦਾ ਡੋਡਾ ਬੈਟਾ 2637 ਮੀਟਰ। ਅਤੇ ਦੂਸਰੀ ਜਿਹੜੀ ਚੋਟੀ ਹੈ ਪੀਕ ਹੈ ਉਹ ਆ ਜਾਂਦੀ ਸਾਡੇ ਕੋਲ 2637 ਮੀਟਰ ਉੱਚੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਿ ਈਸਟਰਨ ਘਾਟ ਦੇ ਵਿੱਚ ਮਹਿੰਦਰਗਿਰੀ ਪੀਕ ਜਿਹੜੀ ਉੱਚੀ ਹੈ ਜਿਸ ਦੀ ਹਾਈਟ 1501 ਮੀਟਰ ਹੈ। ਨੈਕਸਟ
Shivroy Hills and the Jawadi Hills are located on the southeast of the Eastern Ghats ਅਤੇ ਈਸਟਰਨ ਘਾਟ ਦੇ ਸਾਊਥ ਈਸਟ ਦੇ ਵਿੱਚ ਸ਼ਿਵਰੋਈ ਹਿਲਸ ਅਤੇ ਜਵਾਦੀ ਹਿਲਸ ਮੌਜੂਦ ਨੇ। ਲੋਕੇਟ ਦਾ ਫੇਮਸ ਹਿਲ ਸਟੇਸ਼ਨ ਆਫ ਦਾ ਉਦਗਮੰਡਲਮ ਪੋਪੂਲਰਲੀ ਨੋਨ ਐਜ਼ ਦਾ ਓਟੀ ਐਂਡ ਦਾ ਕੋਡਾਈ ਕੈਨਲ। ਕਹਿੰਦੇ ਇਸ ਇਲਾਕੇ ਦੇ ਵਿੱਚ ਪਾਇਆ ਜਾਣ ਵਾਲਾ ਫੇਮਸ ਹਿਲ ਸਟੇਸ਼ਨ ਉਦਗਮੰਡਲਮ, ਜਿਸ ਨੂੰ ਕਿ ਆਮ ਤੌਰ 'ਤੇ ਪ੍ਰਸਿੱਧ ਦੇ ਤੌਰ 'ਤੇ ਓਟੀ ਅਤੇ ਕੋਡਾਈ ਕੈਨਲ ਆਖਿਆ ਜਾਂਦਾ। ਇਸ ਨੂੰ ਮੈਪ ਦੇ ਉੱਪਰ ਲੋਕੇਟ ਕਰੋ। ਇੱਥੋਂ ਤੱਕ ਸਾਰਾ ਪੈਰਾਗ੍ਰਾਫ ਮੈਂ ਮੈਪ ਦੇ ਉੱਪਰ ਸਕਰੀਨ ਕਰਕੇ ਫਿਰ ਰੀਡ ਕੀਤਾ ਹੈ ਤਾਂ ਕਿ ਤੁਹਾਨੂੰ ਜਿਹੜਾ ਅੱਛੀ ਤਰ੍ਹਾਂ ਸਮਝ ਆ ਜਾਏ। ਅਗਰ ਫਿਰ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਜਿਹੜਾ ਦੁਬਾਰਾ ਇਹਨੂੰ ਰੀਡ ਕਰਿਓ ਅਤੇ ਮੈਪ ਦੀ ਹੈਲਪ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਵਨ ਆਫ ਦਾ ਡਿਸਟਿੰਕਟ ਫੀਚਰ ਆਫ ਪੈਨੀਨਸੂਲਰ ਪਲੇਟੂ ਇਜ਼ ਦਾ ਬਲੈਕ ਸੋਇਲ ਏਰੀਆ ਨੋਨ ਐਜ਼ ਦਾ ਦਕਸ਼ਿਣ ਟ੍ਰੈਪ। ਕਹਿੰਦੇ ਇਸ ਪੈਨੀਨਸੂਲਰ ਪ੍ਰਾਇਦੀਪੀ ਪਠਾਰ ਦਾ ਇੱਕ ਖਾਸ ਵਿਸ਼ੇਸ਼ਤਾ ਇਹ ਕਿ ਇਸ ਦੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ, ਜਿਸ ਦਾ ਕਰਕੇ ਇਸ ਨੂੰ ਅਸੀਂ ਦਕਸ਼ਿਣ ਟ੍ਰੈਪ ਦੇ ਨਾਮ ਨਾਲ ਜਾਣਦੇ ਹਾਂ। ਦਿਸ ਇਜ਼ ਆਫ ਦਾ ਵੋਲਕੈਨਿਕ ਓਰੀਜਨ ਹੈਂਸ ਦਾ ਰੌਕਸ ਆਰ ਇਗਨਸ। ਅਤੇ ਇਹ ਕਾਲੀ ਮਿੱਟੀ ਦਾ ਕਾਰਨ ਇਸ ਇਲਾਕੇ ਦੇ ਵਿੱਚ ਵੋਲਕੈਨਿਕ ਐਕਟੀਵਿਟੀ ਹੋਣ ਦਾ ਕਰਕੇ ਹੈ ਅਤੇ ਇੱਥੇ ਪਾਈਆਂ ਜਾਣ ਵਾਲੀਆਂ ਚਟਾਨਾਂ ਜਿਹੜੀਆਂ ਇਗਨਸ ਰੌਕਸ ਹੈ, ਕਿਉਂਕਿ ਇਗਨਸ ਰੌਕਸ ਨੂੰ ਆਪਾਂ ਪੰਜਾਬੀ ਮੀਨਿੰਗ ਦੇ ਵਿੱਚ ਜੋ ਬੋਲਦੇ ਅਗਨੀ ਚਟਾਨਾਂ। ਅਗਨੀ ਚਟਾਨਾਂ ਉਦੋਂ ਹੀ ਬਣਦੀਆਂ ਜਦੋਂ ਫਿਰ ਕੋਈ ਨਾ ਕੋਈ ਵੋਲਕੈਨਿਕ ਐਕਟੀਵਿਟੀ ਹੁੰਦੀ ਹੈ ਅਤੇ ਵੋਲਕੈਨਿਕ ਐਕਟੀਵਿਟੀ ਦੇ ਨਾਲ ਜੋ ਵੀ ਲਾਵਾ ਬਾਹਰ ਆਉਂਦਾ ਹੈ ਉਸ ਦੇ ਠੰਡਾ ਹੋਣ ਦੇ ਨਾਲ, ਕੂਲ ਹੋਣ ਦੇ ਨਾਲ ਜੋ ਵੀ ਸੋਲਿਡ ਮਟੀਰੀਅਲ ਬਣਦਾ ਹੈ ਉਸ ਦੀ ਹੈਲਪ ਦੇ ਨਾਲ ਰੌਕਸ ਤਿਆਰ ਹੁੰਦੇ ਆ, ਜਿਸ ਨੂੰ ਅਸੀਂ ਇਗਨਸ ਰੌਕਸ ਦਾ ਨਾਮ ਦਿੰਦੇ ਹਾਂ। ਨੈਕਸਟ ਸਾਡੇ ਕੋਲ ਐਕਚੁਅਲੀ ਦੀਜ਼ ਰੌਕਸ ਹੈਵ ਡਿਨੂਡਡ ਓਵਰ ਟਾਈਮ ਐਂਡ ਆਰ ਰਿਸਪੋਂਸੀਬਲ ਫਾਰ ਦਾ ਫਾਰਮੇਸ਼ਨ ਆਫ ਬਲੈਕ ਸੋਇਲ। ਕਹਿੰਦੇ ਸਮੇਂ ਦੇ ਅਸਲ ਦੇ ਵਿੱਚ ਇਹਨਾਂ ਨੇ ਲੰਬਾ ਸਮਾਂ ਜਿਹੜਾ ਵਾ ਵੱਖ-ਵੱਖ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਹੌਲੀ-ਹੌਲੀ ਇਹਦੀ ਬਲੈਕ ਸੋਇਲ ਇੱਥੇ ਬਣਨੀ ਸ਼ੁਰੂ ਹੋ ਗਈ। ਦਾ ਅਰਾਵਲੀ ਹਿਲਸ ਲਾਈ ਔਨ ਦਾ ਵੈਸਟਰਨ ਐਂਡ ਦਾ ਨਾਰਥ ਵੈਸਟਰਨ ਮਰਜਿਨਸ ਆਫ। ਕਹਿੰਦੇ ਇਸ ਦੇ ਵੈਸਟਰਨ ਵਾਲੀ ਸਾਈਡ 'ਤੇ ਅਰਾਵਲੀ ਦੇ ਪਹਾੜ ਪੈਂਦੇ ਨੇ ਐਂਡ ਨਾਰਥ ਵੈਸਟਰਨ ਮਰਜਿਨਸ ਆਫ ਅਤੇ ਉੱਤਰ ਪੱਛਮ ਦਾ ਹਿੱਸਾ ਪੈਨੀਨਸੂਲਰ ਪਲੇਟੂ ਦੇ ਨਾਲ ਮਰਜ ਕਰ ਜਾਂਦਾ ਹੈ। ਥੀਸ ਆਰ ਹਾਈਲੀ ਇਰੋਡਡ ਹਿਲਸ ਐਂਡ ਆਰ ਫਾਊਂਡ ਐਟ ਦਾ ਬ੍ਰੋਕਨ ਹਿਲਸ। ਕਹਿੰਦੇ ਇਹ ਇੱਕ ਹਾਈਲੀ ਇਰੋਡਡ ਮਤਲਬ ਜ਼ਿਆਦਾ ਖੁਰਨ ਵਾਲੀਆਂ ਪਹਾੜੀਆਂ ਨੇ, ਜਿਸ ਕਰਕੇ ਦੇ ਆਰ ਫਾਊਂਡ ਐਜ਼ ਬ੍ਰੋਕਨ ਹਿਲਸ। ਇਹਨਾਂ ਨੂੰ ਟੁੱਟੀਆਂ ਪਹਾੜੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਜਾਂ ਇਹਨਾਂ ਨੂੰ ਟੁੱਟੀਆਂ ਪਹਾੜੀਆਂ ਦੇ ਤੌਰ 'ਤੇ ਵੇਖਿਆ ਜਾਂਦਾ ਹੈ, ਕਿਉਂਕਿ ਇੱਥੇ ਜਦੋਂ ਕੋਈ ਬਾਰਿਸ਼ ਜਾਂ ਕੋਈ ਵੀ ਅਦਰ ਐਕਟੀਵਿਟੀ ਕੀਤੀ ਜਾਂਦੀ ਹੈ ਏਅਰ ਵੱਲੋਂ, ਵਾਟਰ ਵੱਲੋਂ, ਅਤੇ ਇਸ ਦੀ ਮਿੱਟੀ ਬੜੀ ਛੇਤੀ ਜਿਹੜੀ ਖੁਰ ਕੇ ਨੀਚੇ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਦੇ ਐਕਸਟੈਂਡ ਫਰੋਮ ਦਾ ਗੁਜਰਾਤ ਟੂ ਦਿੱਲੀ ਇਨ ਦਾ ਸਾਊਥ ਵੈਸਟ ਨਾਰਥ ਈਸਟ ਡਾਇਰੈਕਸ਼ਨ। ਅਤੇ ਇਹ ਗੁਜਰਾਤ ਤੋਂ ਦਿੱਲੀ ਤੱਕ ਸਾਊਥ ਵੈਸਟ ਉੱਤਰ ਪੱਛਮ ਅਤੇ ਦੱਖਣ ਪੱਛਮ ਅਤੇ ਉੱਤਰ ਪੂਰਬ ਦੀ ਡਾਇਰੈਕਸ਼ਨ ਦੇ ਤੌਰ 'ਤੇ ਫੈਲੀਆਂ ਹੋਈਆਂ ਨੇ। ਗੁਜਰਾਤ ਤੋਂ ਦਿੱਲੀ ਸਾਊਥ ਵੈਸਟ ਮਤਲਬ ਦੱਖਣ ਤੋਂ ਵੈਸਟ ਵਾਲੀ ਸਾਈਡ 'ਤੇ ਹੁੰਦੀਆਂ ਹੋਈਆਂ ਅਤੇ ਨਾਰਥ ਈਸਟ ਡਾਇਰੈਕਸ਼ਨ, ਅਤੇ ਇੱਥੋਂ ਇਹ ਨਾਰਥ ਤੋਂ ਈਸਟ ਵਾਲੀ ਡਾਇਰੈਕਸ਼ਨ ਨੂੰ ਪਹਾੜੀਆਂ ਫੈਲੀਆਂ ਹੋਈਆਂ ਨੇ। ਨੈਕਸਟ ਇੰਡੀਅਨ ਫਿਜ਼ੀਕਲ ਫੀਚਰ ਸਾਡੇ ਕੋਲ ਆ ਜਾਂਦਾ ਹੈ ਦਾ ਇੰਡੀਅਨ ਡੈਜ਼ਰਟ, ਭਾਰਤ ਦਾ ਮਾਰੂਥਲ। ਹੁਣ ਭਾਰਤ ਦੇ ਵਿੱਚ ਜਿਹੜਾ ਥਾਰ ਮਾਰੂਥਲ ਹੈ, ਰਾਜਸਥਾਨ ਦੇ ਵਿੱਚ ਮਾਰੂਥਲ ਹੈ, ਇਸ ਦਾ ਕਾਰਨ ਕੀ ਹੈ ਕਿ ਇਹ ਮਾਰੂਥਲ ਅਰਾਵਲੀ ਪਰਬਤ ਦੇ ਵੈਸਟ ਦੇ ਵਿੱਚ ਪੈਂਦਾ ਹੈ। ਹੁਣ ਸਾਰੇ ਇੰਡੀਆ ਦੇ ਵਿੱਚ ਇੰਨਾ ਰੇਤਲਾ ਇਲਾਕਾ ਜਾਂ ਖੁਸ਼ਕ ਇਲਾਕਾ ਨਹੀਂ ਹੈ ਜਿੱਥੇ ਘੱਟ ਵਰਖਾ ਹੁੰਦੀ ਹੋਵੇ, ਪਰ ਇਸ ਇਲਾਕੇ ਦੇ ਵਿੱਚ ਵਰਖਾ ਘੱਟ ਹੋਣ ਦਾ ਕਾਰਨ ਇਹ ਕਿ ਜਦੋਂ ਅਰੇਬੀਅਨ ਸੀ ਤੋਂ ਹਵਾਵਾਂ ਆਉਂਦੀਆਂ ਨੇ ਇੰਡੀਆ ਦੇ ਵੱਲ, ਅਤੇ ਇਹ ਅਰਾਵਲੀ ਪਰਬਤ ਜਿਹੜਾ ਇਹਨਾਂ ਦੇ ਰਸਤੇ ਵਿੱਚ ਨਹੀਂ ਆਉਂਦਾ। ਜਿਸ ਸਾਈਡ ਨੂੰ ਅਰਾਵਲੀ ਪਰਬਤ ਜਿਹੜਾ ਜਾਂਦਾ ਪਿਆ ਉਸੇ ਡਾਇਰੈਕਸ਼ਨ ਦੇ ਵਿੱਚ ਅਰੇਬੀਅਨ ਸੀ ਦੀਆਂ ਆਉਣ ਵਾਲੀਆਂ ਵੇਵਸ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਟਾਕਰਾ ਨਹੀਂ ਹੁੰਦਾ। ਟਾਕਰਾ ਨਾ ਹੁੰਦਾ ਕਰਕੇ ਇਹ ਮੋਸਟ ਦੇ ਨਾਲ ਭਰੀਆਂ ਹੋਈਆਂ ਹਵਾਵਾਂ ਅੱਗੇ ਸਿੱਧੀਆਂ ਲੰਘ ਜਾਂਦੀਆਂ ਹੈ, ਜਿਸ ਦਾ ਕਰਕੇ ਰਾਜਸਥਾਨ ਦਾ ਅਤੇ ਗੁਜਰਾਤ ਦਾ ਅਤੇ ਕੁਝ ਇਲਾਕਾ ਜੋ ਹੁਣ ਕਿ ਪਾਕਿਸਤਾਨ ਦੇ ਵਿੱਚ ਉਹ ਵਰਖਾ ਤੋਂ ਬਿਨਾਂ ਰਹਿ ਜਾਂਦਾ, ਜਿਸ ਕਰਕੇ ਇਹ ਇੱਕ ਮਾਰੂਥਲ ਦਾ ਇਲਾਕਾ ਬਣ ਕੇ ਉੱਭਰ ਆਇਆ। ਮਤਲਬ ਇਸ ਇਲਾਕੇ ਨੂੰ ਫਿਰ ਮਾਰੂਥਲ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਇਸ ਇਲਾਕੇ ਦੇ ਵਿੱਚ ਕੀ ਹੈ ਕਿ ਸੈਂਡ ਡਿਊਨਸ ਬਣ ਜਾਂਦੇ ਆ। ਸੈਂਡ ਡਿਊਨਸ ਵਰਡ ਆਉਂਦਾ ਹੈ ਜਿਸ ਤਰ੍ਹਾਂ ਕਿ ਰੇਤ ਦੇ ਪਹਾੜ ਬਣ ਜਾਂਦੇ ਆ, ਕਿ ਰੇਤ ਇੱਕ ਵਾਰੀ ਹਵਾ ਆਈ ਆ, ਇੱਥੇ ਉਹਨੇ ਰੇਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਇੱਥੇ ਰੇਤ ਇਕੱਠੀ ਕੀਤੀ, ਹੌਲੀ ਹੌਲੀ ਇੱਕ ਪਹਾੜੀ ਬਣ ਗਈ। ਫਿਰ ਇੱਥੋਂ ਹਵਾ ਆਉਂਦੀ ਆ, ਇੱਥੋਂ ਰੇਤ ਚੁੱਕ ਕੇ ਫਿਰ ਅਗਲੇ ਕਿਸੇ ਇਲਾਕੇ ਦੇ ਵਿੱਚ ਲੈ ਜਾਂਦੀ ਆ। ਮਤਲਬ ਇਸ ਤਰ੍ਹਾਂ ਦੀ ਜਿਹੜੀ ਆ ਸੈਂਡ ਦੀ ਆਕ੍ਰਿਤੀ ਸ਼ੇਪ ਇੱਕ ਬਣ ਜਾਂਦੀ ਆ ਕੁਝ ਸਮੇਂ ਵਾਸਤੇ, ਉਸ ਨੂੰ ਅਸੀਂ ਸੈਂਡ ਡਿਊਨਸ ਬੋਲਦੇ ਹਾਂ। ਇਸ ਇਲਾਕੇ ਦੇ ਵਿੱਚ ਸਾਲਾਨਾ ਇੱਕ ਸਾਲ ਦੇ ਵਿੱਚ ਸਿਰਫ
150 ਮਿਲੀਮੀਟਰ ਪਰ ਈਅਰ ਵਰਖਾ ਹੁੰਦੀ ਹੈ ਅਤੇ ਇਸ ਇਲਾਕੇ ਦੇ ਵਿੱਚ ਕਲਾਈਮੇਟ ਐਰਿਡ ਖੁਸ਼ਕ ਕਲਾਈਮੇਟ ਹੁੰਦਾ ਹੈ ਅਤੇ ਖੁਸ਼ਕ ਕਿਸਮ ਦੀ ਬਨਸਪਤੀ ਇੱਥੇ ਉੱਗਦੀ ਹੈ। ਕੁਝ ਸਮੇਂ ਵਾਸਤੇ ਜਦੋਂ ਵਰਖਾ ਦਾ ਸੀਜ਼ਨ ਹੁੰਦਾ ਹੈ, ਮਾੜਾ ਮੋਟਾ ਜਦੋਂ ਮੀਂਹ ਪੈਂਦਾ ਵੀ ਹੈ ਇਸ ਇਲਾਕੇ ਦੇ ਵਿੱਚ, ਕੁਝ ਸਮੇਂ ਲਈ ਇੱਥੇ ਸਟ੍ਰੀਮਸ ਪਾਣੀ ਦੀਆਂ ਧਾਰਾਵਾਂ ਜਿਹੜੀਆਂ ਵਗਦੀਆਂ ਹੈ, ਪਰ ਜਲਦੀ ਹੀ ਸਮੁੰਦਰ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਖਤਮ ਹੋ ਜਾਂਦੀਆਂ। ਮਤਲਬ ਮੰਨ ਲਓ ਕਿ ਇੱਥੇ ਜਦੋਂ ਕੋਈ ਸਟ੍ਰੀਮ ਵਗਦਾ ਪਿਆ ਹੈ ਵਰਖਾ ਦੀ ਹੈਲਪ ਦੇ ਨਾਲ, ਪਰ ਸਾਰੇ ਇਲਾਕੇ ਦੇ ਵਿੱਚ ਰੇਤ ਹੈ, ਜਦੋਂ ਨੂੰ ਇਹਨੇ ਆਪਣੀ ਧਾਰਾ ਲੈ ਕੇ ਪਾਣੀ ਲੈ ਕੇ ਸਮੁੰਦਰ ਤੱਕ ਪਹੁੰਚਣਾ ਹੁੰਦਾ ਉਦੋਂ ਤੱਕ ਇਸ ਦਾ ਪਾਣੀ ਜਿਹੜਾ ਸੁੱਕ ਜਾਂਦਾ। ਤਾਂ ਕਰਕੇ ਆਖਿਆ ਹੈ ਕਿ ਕੁਝ ਸਮੇਂ ਵਾਸਤੇ ਇੱਥੇ ਸਟ੍ਰੀਮਸ ਪਾਣੀ ਦੇ ਵਗਦੇ, ਪਰ ਜਲਦੀ ਉਹ ਡਿਸਪੀਅਰ ਅਲੋਪ ਹੋ ਜਾਂਦੇ ਆ। ਇਸ ਇਲਾਕੇ ਦੇ ਵਿੱਚ ਸਿਰਫ ਸਿੰਗਲ ਲੂਨੀ ਇਜ਼ ਦਾ ਓਨਲੀ ਲਾਰਜਰ ਰਿਵਰ ਇਨ ਦਿਸ ਰੀਜਨ, ਸਿਰਫ ਇੱਕੋ ਇੱਕ ਨਦੀ ਹੈ ਜਿਸ ਦਾ ਨਾਮ ਹੈ ਲੂਨੀ, ਉਹੀ ਇਸ ਇਲਾਕੇ ਦੇ ਵਿੱਚ ਨਦੀ ਵਗਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦੇ ਆ ਕ੍ਰੀਸੈਂਟ ਸ਼ੇਪਡ ਡਿਊਨਸ, ਮਤਲਬ ਜਿਸ ਤਰ੍ਹਾਂ ਅੱਧਾ ਚੰਦਰਮਾ ਹੁੰਦਾ ਹੈ, ਇਸ ਸ਼ੇਪ ਦੇ ਡਿਊਨਸ ਇਸ ਇਲਾਕੇ ਦੇ ਵਿੱਚ ਕਾਫੀ ਬਣਦੇ ਆ। ਬਟ ਲੌਂਗੀਟਿਊਡਨਲ ਡਿਊਨਸ ਬਿਕਮ ਮੋਰ ਪ੍ਰੋਮੀਨੈਂਟ, ਪਰ ਖਾਸ ਕਰਕੇ ਇੰਡੋ ਪਾਕਿਸਤਾਨ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਕੋਲ ਬਣਨ ਵਾਲੇ ਡਿਊਨਸ, ਲੌਂਗੀਟਿਊਡਨਲ ਡਿਊਨਸ ਕਾਫੀ ਪ੍ਰਸਿੱਧ ਨੇ। ਇਫ ਯੂ ਵਿਜ਼ਿਟ ਜੈਸਲਮੇਰ ਯੂ ਮੇ ਗੋ ਟੂ ਸੀ ਅ ਗਰੁੱਪ ਆਫ ਦਾ ਬਾਰਚੈਂਸ, ਕਹਿੰਦੇ ਅਗਰ ਤੁਸੀਂ ਜੈਸਲਮੇਰ ਕਦੇ ਜਾਵੋਗੇ ਤੁਸੀਂ ਜ਼ਰੂਰ ਜਿਹੜਾ ਬਾਰਕਸ ਅਤੇ ਡਿਊਨਸ ਬਣਦੇ ਆ ਇਹਨਾਂ ਨੂੰ ਦੇਖ ਕੇ ਆਉਣਾ। ਨੈਕਸਟ ਸਾਡੇ ਕੋਲ ਇੰਡੀਅਨ ਫਿਜ਼ੀਕਲ ਫੀਚਰ ਆ ਜਾਂਦਾ ਹੈ ਦਾ ਕੋਸਟਲ ਪਲੇਨਸ, ਔਰ ਲਾਸਟ ਵਨ ਇਜ਼ ਦਾ ਆਈਲੈਂਡਸ। ਵੀ ਡਿਸਕਸ these two topics in next lecture, and till now you read the Indian desert, the peninsular plateaus, the northern plains, and about the Himalayan mountains. So you now try to solve the exercise related to these previous topics, and if you have any kind of problem you can ask me. Thanks, have a nice day। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।